ਸਾਰੇ ਹੀ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਆਏ ਹਾਂ ਤੁਹਾਡੇ ਲਈ ਈਜ਼ੀ ਕਲਾਸਿਸ ਦੁਆਰਾ ਸਾਇੰਸ ਦਾ, ਜੋ ਕਿ ਆਇਆ ਹੈ ਇੱਕ ਸੈਂਪਲ ਪੇਪਰ 9ਵੀਂ ਜਮਾਤ ਵਾਲੇ ਬੱਚਿਆਂ ਲਈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਉਹਨੂੰ ਹੀ ਕਰਾਂਗੇ ਡਿਸਕਸ। ਕੁੱਲ ਅੰਕ ਹੋਣਗੇ 80 ਤੇ ਸਮਾਂ ਮਿਲੇਗਾ 3 ਘੰਟੇ ਦਾ। ਆਓ ਹੁਣ ਸ਼ੁਰੂ ਕਰੀਏ ਪੇਪਰ ਨੂੰ। टाइम आप वेस्ट करना नहीं, बस एक ही गल जरूरी दसनी है कि जेडे बच्चे ने फुल वीडियो वेख ली है वो कमेंट में जरूर मैसेज कर दे कि यस आई विल वॉच दिस वीडियो फुल। असी उस बच्चे का कमेंट नूं दईदा है एक लाइक ते नाल ही उहदा कमेंट जिहड़ा है उहनूं करीदा पिन, ताकि ज़्यादा तो ज़्यादा बच्चे वीडियो देखण ते अपना जिहड़ा है सारा कुछ क्लीयर करके जाण डाउट्स नूं। MCQ है 20 डिग्री तापमान ਤੇ ਪਾਣੀ ਦੀ ਭੌਤਿਕ ਅਵਸਥਾ। ਵਟ ਇਜ਼ ਦਾ ਫਿਜ਼ੀਕਲ ਸਟੇਟ ਆਫ ਵਾਟਰ ਐਟ 20 ਡਿਗਰੀ ਸੈਲਸੀਅਸ। ਸੋਲਿਡ ਨਹੀਂ ਹੁੰਦੀ ਜੀ, ਲਿਕੁਇਡ ਹੁੰਦੀ ਆ। ਇਹ ਲਿਖਿਆ ਵਿੱਚੋਂ ਕਿਹੜਾ ਆਸਾਨੀ ਨਾਲ ਨਿਪੇੜਿਆ ਜਾ ਸਕਦਾ ਹੈ? ਵਿਚ ਆਫ ਦਾ ਫੋਲੋਇੰਗ ਕੈਨ ਬੀ ਈਜ਼ੀਲੀ ਕੰਪਰੈਸਡ? ਹਵਾ। ਫਿਰ ਹੈ ਸਿਆਹੀ ਨੂੰ ਵੱਖ ਕਰਨ ਲਈ ਵਰਤੀ ਜਾਂਦੀ ਵਿਧੀ। ਵਨ ਆਫ ਦਾ ਕਾਮਨ ਮੈਥਡ ਯੂਜ਼ ਟੂ ਸੈਪਰੇਟ ਡਾਈਜ਼ ਇਜ਼ ਫਿਲਟਰੇਸ਼ਨ। ਅੱਗੇ ਵੇਖੋ, ਅੱਗੇ ਆਪਣੇ ਕੋਲ ਹੈਗਾ ਆ ਕਿ ਇਹਨਾਂ ਵਿੱਚੋਂ ਕਿਹੜਾ ਸ਼ੁੱਧ ਪਦਾਰਥ ਹੈ? ਵਿਚ ਆਫ ਦਾ ਫੋਲੋਇੰਗ ਸਬਸਟੈਂਸ ਜਿਹੜਾ ਪਿਓਰ ਹੋਵੇ। ਆਇਰਨ, ਕਿਉਂਕਿ ਇਹਦੇ ਵਿੱਚ ਇਕੱਲੀ ਐਫ ਹੀ ਹੁੰਦੀ ਹੈ, ਇਹ ਇੱਕ ਪਿਓਰ ਸਬਸਟੈਂਸ ਆ। ਫਿਰ ਆਪਣੇ ਕੋਲ ਅਗਰ ਹੈਗਾ ਜ਼ਿੰਕ ਦਾ ਰਸਾਇਣਿਕ ਸੰਕੇਤ, ਉਹ ਹੈਗਾ ZN। ਫਿਰ ਹੈਗਾ ਆ ਵੈਲੈਂਸੀ ਆਫ ਹਾਈਡਰੋਜਨ 1। ਕਲੋਰੀਨ ਜਿਹੜਾ ਆਪਣੇ ਕੋਲ ਹੈਗਾ ਆ ਉਹਦਾ ਉਹਨਾਂ ਨੇ ਕੀ ਪੁੱਛਿਆ? ਕਨਫਿਗਰੇਸ਼ਨ ਪੁੱਛਿਆ, ਸੰਰਚਨਾ ਕਿ ਉਹਦੀ ਜਿਹੜੀ ਆ ਰਚਨਾ ਕਿਵੇਂ ਹੋਈ? ਉਹ ਹੋਈ ਆ ਕਿਉਂਕਿ ਉਹਦਾ ਜਿਹੜਾ ਐਟੋਮਿਕ ਨੰਬਰ ਉਹ ਹੈਗਾ ਆ ਕਿੰਨਾ? 17। ਸੋ ਇਹ ਹੋਊਗਾ 2 8 7। ਕਿਹੜੀ ਆਪਸ਼ਨ ਆ? C ਆਪਸ਼ਨ ਰਾਈਟ ਆਪਸ਼ਨ। ਫਿਰ ਇਸ ਤੋਂ ਬਾਅਦ ਹੈਗਾ ਆ ਸੈੱਲ ਦੀ ਡੈਸ਼ ਸ਼ਕਤੀ ਘਰ ਹੈ। ਡੈਸ਼ ਇਜ਼ ਦਾ ਪਾਵਰ ਹਾਊਸ ਆਫ ਸੈੱਲ। ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਮਾਈਟੋਕੌਂਡਰੀਆ। ਫਿਰ ਇਸ ਤੋਂ ਅਗਲਾ ਹੈ ਕਿ ਡੈਸ਼ ਸੈੱਲ ਦੀ ਖੋਜ ਕੀਤੀ। ਡੈਸ਼ ਨੇ ਸੈੱਲ ਦੀ ਖੋਜ ਕੀਤੀ? ਰੋਬਰਟ ਹੁੱਕ ਨੇ। ਮਨੁੱਖ ਦੀ ਸਰੀਰ ਵਿੱਚ ਚਰਬੀ ਜਮ੍ਹਾਂ ਹੁੰਦੀ ਆ ਕਿਹੜੇ ਟਿਸ਼ੂ ਦੇ ਵਿੱਚ? ਇਹ ਮੇਰਾ ਖਿਆਲ ਪੌਦਿਆਂ ਵਿੱਚ। ਗੈਸਾਂ ਦੇ ਆਦਾਨ ਪ੍ਰਦਾਨ ਕਿਵੇਂ ਹੁੰਦਾ? ਪੌਦਿਆਂ ਲਈ ਵਿੱਚ ਹੁੰਦਾ ਆ ਸਟੋਮੇਟਾ ਰਾਹੀਂ। ਫਿਰ ਹੈ ਦੋ ਬਿੰਦਿਆਂ ਦੇ ਵਿਚਕਾਰਲੇ ਘੱਟ ਤੋਂ ਘੱਟ ਦੂਰੀ ਨੂੰ ਅਸੀਂ ਕੀ ਕਹਾਂਗੇ? ਡਿਸਪਲੇਸਮੈਂਟ। ਫਿਰ ਹੈਗਾ ਉਪਰੋਕਤ ਸਾਰੇ ਨਹੀਂ ਆਉਣਾ। ਦੂਰੀ ਦੀ ਇਕਾਈ ਕੀ ਹੈ? SI ਯੂਨਿਟ ਆਫ ਡਿਸਟੈਂਸ ਮੀਟਰ ਆ ਜੀ। ਫਿਰ ਹੈਗਾ ਆ ਵੇਗ ਦੇ ਪਰਿਵਰਤਨ ਨੂੰ ਦੂਰ ਨੂੰ ਕੀ ਕਹਿੰਦੇ ਹਾਂ? ਵਟ ਇਜ਼ ਦਾ ਰੇਟ ਆਫ ਚੇਂਜ ਆਫ ਵੈਲੋਸਿਟੀ? ਸਪੀਡ ਉਹਨੂੰ ਅਸੀਂ ਐਸਲਰੇਸ਼ਨ ਕਹੀਦਾ। ਫਿਰ ਹੈ ਇੱਕ ਵਸਤੂ ਉੱਪਰ ਨੂੰ ਸੁੱਟੀ ਜਾ ਰਹੀ ਹੈ ਤੇ ਜਿਹਦਾ ਮੁੱਲ ਕੀ ਹੋਏਗਾ? ਉਹ ਹੋਏਗਾ ਰਿਣਾਤਮਕ। ਫਿਰ ਹੈ ਗੁਰੂਤਵਾਕਰਸ਼ਣ ਬਲ ਕਿਹੜੀ ਲਈ ਜ਼ਿੰਮੇਵਾਰ ਹੈ? ਗ੍ਰੈਵੀਟੇਸ਼ਨਲ ਫੋਰਸ ਕਾਜ਼ ਟਾਈਡ। ਚੰਦਰਮਾ ਦੀ ਗਤੀ A ਔਰ B ਦੋਵੇਂ। ਫਿਰ ਹੈਗਾ ਆ ਦਬਾਅ ਦੀ SI ਇਕਾਈ ਕੀ ਆ ਜੀ? ਪਾਸਕਲ। ਫਿਰ ਹੈਗਾ ਆ ਰਮੇਸ਼ ਨੇ ਸਾਇੰਸ ਅਧਿਆਪਕ ਨੇ ਅੱਜ ਜਮਾਤ ਵਿੱਚ ਪੜ੍ਹਾਇਆ ਕਿ ਬ੍ਰਹਿਮੰਡ ਦੀ ਹਰੇਕ ਵਸਤੂ ਇੱਕ ਦੂਜੀ ਵਸਤੂ ਨੂੰ ਖਿੱਚਦੀ ਆ। ਕਿਹੜਾ ਲਾਅ ਆ? ਗ੍ਰੈਵੀਟੇਸ਼ਨਲ ਫੋਰਸ ਆ। ਕਿਹੜੀ ਫੋਰਸ ਆ? ਗ੍ਰੈਵੀਟੇਸ਼ਨਲ। ਫਿਰ ਹੈਗਾ ਆ ਰਵੀ ਸਿਰ 'ਤੇ ਸੂਟਕੇਸ ਲੈ ਕੇ ਪਲੇਟਫਾਰਮ 'ਤੇ ਖੜਾ ਹੈ ਅਤੇ ਉਹਦੀ ਕਾਰਜ ਕਿੰਨੀ ਆ? ਉਹਦੇ ਦੁਆਰਾ ਕੀਤਾ ਗਿਆ ਵਰਕ ਕਿੰਨਾ ਆ? ਉਹ ਕਿੰਨਾ ਹੋਇਆ? 0। SI ਯੂਨਿਟ ਆਫ ਪਾਵਰ ਕਿੰਨੀ ਹੁੰਦੀ ਆ? ਵਾਟ। ਅਤੇ ਰਾਮ ਚਲਦੀ ਕਾਰ 'ਤੇ ਖੜਾ ਆ ਅਤੇ ਉਹਦੇ ਉੱਤੇ ਕਿਹੜੀ ਊਰਜਾ ਕੰਮ ਕਰਦੀ ਪਈ ਆ? ਕਿਉਂਕਿ ਉਹ ਚੱਲਦੀ ਪਈ ਆ। ਆਹ ਦੇਖੋ, ਮੰਨੋ ਕਿ ਆ ਜਿਹੜੀ ਕਾਰ ਆ ਇਹ ਜਿਹੜੀ ਆ ਚੱਲੀ ਜਾ ਰਹੀ ਆ ਤਾਂ ਇੱਕ ਤਾਂ ਗੱਲ ਇਹਦੇ ਵਿੱਚ ਹੋਇਆ ਮੋਸ਼ਨ, ਸੋ ਕਾਈਨੈਟਿਕ ਐਨਰਜੀ ਹੋਏਗੀ ਹੀ। ਪੋਟੈਂਸ਼ੀਅਲ ਐਨਰਜੀ ਹੁੰਦੀ ਆ ਉਹਦੀ ਸ਼ੇਪ, ਉਹਦੀ ਪੋਜੀਸ਼ਨ ਕਰਕੇ। ਤਾਂ ਪੋਟੈਂਸ਼ੀਅਲ ਦਾ ਇੱਥੇ ਕੋਈ ਕੰਮ ਨਹੀਂ ਸੀ, ਸੋ ਇਕੱਲੀ ਕਾਈਨੈਟਿਕ ਐਨਰਜੀ ਆਈ। ਫਿਰ ਹੈਗਾ ਆ ਸਾਊਂਡ ਇਜ਼ ਫਾਰਮ ਆਫ ਡੈਸ਼। ਧੁਨੀ ਕੀ ਆ? ਐਨਰਜੀ। ENERGY ਐਨਰਜੀ ਆ ਜੀ ਇੱਕ। ਡੈਸ਼ ਵਾਈਬ੍ਰੇਸ਼ਨ ਆਫ ਆਬਜੈਕਟ ਪ੍ਰੋਡਿਊਸਿਸ ਸਾਊਂਡ। SOUND ਸਾਊਂਡ, ਜਿਹਨੂੰ ਤੁਸੀਂ ਲਿਖੋਗੇ ਧੁਨੀ। ਫਿਰ ਅੱਗੇ ਹੈਗਾ ਮਧੂਮੱਖੀ ਪਾਲਣ ਨੂੰ ਉਤਪਾਦਨ ਨੂੰ ਐਪਲੀਕਲਚਰ ਕਹੀਦਾ। ਹਾਂ ਬਿਲਕੁਲ ਠੀਕ ਹੈ। ਮਧੂਮੱਖੀ ਪਾਲਣ ਦਾ ਉਤਪਾਦਨ ਸ਼ਹਿਦ ਹੈ। ਠੀਕ ਹੈ ਬਿਲਕੁਲ। ਫਿਰ ਹੈ ਰਬੀ ਫਸਲ ਵਿੱਚ ਕਣਕ ਅਤੇ ਮਟਰ ਹੁੰਦੀ ਹੈ। ਇਹ ਤੁਸੀਂ ਦੇਖ ਲੈਣਾ, ਰਾਈਟ ਹੈ ਵੈਸੇ ਤਾਂ ਆਪਸ਼ਨ। ਫਿਰ ਜਿਹੜੇ ਆਪਣੇ ਕੋਲ ਪਾਰਟ B ਸ਼ੁਰੂ ਹੋ ਜਾਂਦਾ ਹੈ 2 ਮਾਰਕਸ ਵਾਲੇ ਕੁਐਸਚਨ, ਇਹ ਤੁਸੀਂ ਜਿਹੜੀ ਆ ਆਪਣੀ ਕਾਪੀ ਦੇ ਵਿੱਚੋਂ ਕਰਨੇ ਆ। ਸੋ ਮੈਂ ਤੁਹਾਨੂੰ ਕੁਐਸਚਨ ਦਿਖਾ ਦਿੰਦਾ ਹਾਂ ਅਤੇ ਤੁਸੀਂ ਜਿਹੜੇ ਆਪਣੀ ਕਾਪੀ ਦੇ ਵਿੱਚ ਕਰ ਲੈਣੇ ਆ। ਕਨਵਰਟ ਦਾ ਫੋਲੋਇੰਗ ਟੈਂਪਰੇਚਰ ਸੈਲਸੀਅਸ ਵਿੱਚ ਕਨਵਰਟ ਕਰਨੇ ਆ। ਠੀਕ। ਫਿਰ ਕਰਨੇ ਆ ਕਨਵਰਟ ਇਨਟੂ ਟੈਂਪਰੇਚਰ ਇਨਟੂ ਕੈਲਵਿਨ, ਇੱਥੋਂ ਕੈਲਵਿਨ 'ਚ ਕਰਨੇ ਆ।
ਸਿੰਬਲ ਆਫ ਇਹਦਾ ਤਾਂ ਹੋਏਗਾ ਐਚ, ਇਹਦਾ ਹੋਏਗਾ ਸੀ। ਠੀਕ ਹੈ, ਇਸ ਤੋਂ ਬਾਅਦ ਹੈਗਾ ਕਿ ਹਾਈਡਰੋਜਨ ਤੇ ਬਰੋਮਾਈਡ ਦੇ ਵਿੱਚ ਕਿਹੜੇ ਕਿਹੜੇ ਤੱਤ ਆ ਉਹਨਾਂ ਦੇ ਨਾਮ ਲਿਖਣੇ ਆ। 6ਵਾਂ ਹੈਗਾ ਆ ਹੋਮੋਜੀਨੀਅਸ ਤੇ ਹੈਟਰੋਜੀਨੀਅਸ ਜਾਂ ਮਿਕਸਚਰ ਆ ਉਹਨਾਂ ਦਾ ਡਿਫਰੈਂਸ ਦੱਸਣਾ ਆ। ਡਰਾ ਹੀਲੀਅਮ ਐਟਮ ਆਫ ਮਾਡਲ, ਹੂ ਡਿਸਕਵਰਡ ਦਾ ਸੈਲ ਐਂਡ ਹਾਓ। 9ਵਾਂ ਹੈਗਾ ਆ ਵਾਈ ਇਜ਼ ਪਲਾਜ਼ਮਾ ਮੈਂਬਰੇਨ ਕਾਲਡ ਸਿਲੈਕਟਿਵ ਪਰਮੇਬਲ ਮੈਂਬਰੇਨ। ਟਿਸ਼ੂ ਤੋਂ ਤੁਹਾਡਾ ਕੀ ਭਾਵ ਹੈ, ਮਤਲਬ ਡਿਫਾਈਨ ਟਿਸ਼ੂ। ਫਿਰ ਅੱਗੇ ਹੈਗਾ ਆ ਕਿ ਸਟੋਮੇਟਾ ਦੇ ਕੋਈ 2 ਕੰਮ ਲਿਖੋ। ਨਿਊਟਨ ਦੇ ਗਤੀ ਦੇ ਤੀਜੇ ਨਿਯਮ ਦੀ ਪਰਿਭਾਸ਼ਾ ਲਿਖੋ। ਕਿਸੇ ਵਸਤੂ ਦੀ ਗਣਿਤਜ ਊਰਜਾ ਦੱਸੋ। ਵਟ ਇਜ਼ ਦਾ ਕਾਈਨੈਟਿਕ ਐਨਰਜੀ ਆਫ ਆਬਜੈਕਟ, ਰਾਈਟ ਫਾਰਮੂਲਾ ਆਫ ਕਾਈਨੈਟਿਕ ਐਨਰਜੀ ਆਫ ਆਬਜੈਕਟ। ਫਿਰ ਹੈਗਾ ਆ ਸ਼ੇਕਿੰਗ ਆਫ ਬ੍ਰਾਂਚਿਸ ਆਫ ਅ ਟਰੀ ਰੈਪਿਡਲੀ ਕੋਜ਼ ਸਮ ਲੀਵ ਟੂ ਫਾਲ ਆਫ, ਵਾਈ। ਫਿਰ ਹੈਗਾ ਰਾਈਟ ਡਾਊਨ ਦਾ ਯੂਨੀਵਰਸਲ ਲਾਅ ਆਫ ਗ੍ਰੈਵੀਟੇਸ਼ਨ, ਪਸ਼ੂ ਪਾਲਣ ਦੇ ਕੋਈ 2 ਲਾਭ। ਦੇਖੋ ਮੈਂ ਦੋਨੋਂ ਮੀਡੀਅਮ 'ਚ ਤਾਂ ਬੋਲ ਰਿਹਾ ਤਾਂ ਕਿ ਕਿਸੇ ਨੂੰ ਦਿੱਕਤ ਨਾ ਹੋਏ, ਇਸ ਕਰਕੇ ਮੈਂ ਵਿੱਚ ਪੰਜਾਬੀ ਵਿੱਚ ਇੰਗਲਿਸ਼ ਬੋਲਦਾ ਪਿਆ ਹਾਂ। 3 ਅੰਕ ਵਾਲੇ ਪ੍ਰਸ਼ਨ, ਗਰਮੀਆਂ ਵਿੱਚ ਘੜੇ ਦਾ ਪਾਣੀ ਠੰਡਾ ਕਿਉਂ ਰਹਿੰਦਾ ਹੈ। ਹਾਊ ਡਜ਼ ਦਾ ਵਾਟਰ ਕੈਪਟ ਇਨ ਐਨ ਅਰਥਨ ਪੋਟ ਮਟਕਾ ਬਿਕਮ ਕੂਲ ਡਿਊਰਿੰਗ ਸਮਰਸ। ਫਿਰ ਹੈਗਾ ਰਾਈਟ 3 ਪਾਰਟੀਕਲ ਆਫ ਐਟਮ, ਪਰਮਾਣੂ ਦੇ 3 ਨਿਕੜੇ ਦਾ ਨਾਂ ਲਿਖੋ। ਇਹਦੇ ਵਿੱਚ ਤੁਸੀਂ ਲਿਖੋਗੇ ਪ੍ਰੋਟੋਨ, ਨਿਊਟਰੋਨ ਤੇ ਇਲੈਕਟ੍ਰੋਨ। ਫਿਰ ਇਹਨਾਂ ਲਿਖਣ ਤੋਂ ਬਾਅਦ ਜਿਹੜਾ ਆ ਤੁਸੀਂ ਅੱਗੇ ਲਿਖੋਗੇ ਕਿ ਰਾਈਟ ਦਾ 3 ਪਾਰਟੀਕਲ ਹੋ ਗਿਆ। ਵਾਈ ਇਜ਼ ਦਾ ਸੈਲ ਕਾਲਡ ਸਟਰਕਚਰਲ ਐਂਡ ਫੰਕਸ਼ਨ ਯੂਨਿਟ ਆਫ ਲਾਈਫ। ਨੇਮ ਦਾ ਆਰਗਨਿਲ ਆਫ ਸੈਲ ਐਂਡ ਐਨੀਮਲ ਸੈਲ। ਵਟ ਇਜ਼ ਦਾ ਪਾਵਰ, ਡਿਫਾਈਨ ਕਿਲੋ ਵਾਟ, ਜਿਹੜੀ ਵਾਟ ਆਫ ਪਾਵਰ ਕੀ ਹੁੰਦੀ ਆ। ਡਰਾ ਮੈਗਾਫੋਨ ਐਂਡ ਡਾਇਗਰਾਮ ਦੇ ਥਰੂ ਸਮਝਾਓ। ਫਿਰ ਹੈਗਾ ਆਵਾਜ਼ ਜਾਂ ਧੁਨੀ ਕੀ ਹੈ। ਵਟ ਇਜ਼ ਸਾਊਂਡ, ਹਾਊ ਇਟ ਇਜ਼ ਪ੍ਰੋਡਿਊਸ, ਇਹ ਦੱਸੋ। ਫਿਰ ਹੈ ਵਟ ਆਰ ਦਾ ਐਡਵਾਂਟੇਜ ਆਫ ਇੰਟਰਕ੍ਰੋਪਿੰਗ। ਫਿਰ ਹੈ ਹਾਊ ਡੂ ਸਟੋਰੇਜ ਗ੍ਰੇਨ ਲੋਸਿਸ ਅਕਰ। ਸੋ ਇਸ ਤੋਂ ਬਾਅਦ ਆਪਣੇ ਕੋਲ ਹੈ ਪਾਰਟ ਡੀ। ਪਾਰਟ ਡੀ ਦੇ ਵਿੱਚ ਆਪਣੇ ਕੋਲ 5 ਅੰਕ ਵਾਲੇ ਕੁਐਸਚਨ ਨੇ, ਟੋਟਲ 3 ਕੁਐਸਚਨ ਕਰਨੇ ਨੇ। ਠੀਕ ਹੈ ਜੀ, 26, 27, 28 ਇਹਨਾਂ ਦੇ ਵਿੱਚ ਤੁਹਾਨੂੰ ਜਿਹੜੀ ਆ ਜਾਂ ਤੇ ਜਾਂ ਆਈ ਹੈ। ਸੋ ਇਹਨਾਂ ਦਾ ਪਹਿਲੇ ਲੈ ਲਵੋ ਸਕਰੀਨਸ਼ਾਟ ਤਾਂ ਕਿ ਇਹਨਾਂ ਨੂੰ ਪੜ੍ਹ ਸਕੋ। ਲੈ ਲਿਆ, ਚਲੋ ਜੀ। ਸੋ ਇੰਨਾ ਜਿਹਾ ਜਿਹੜਾ ਤੁਹਾਡਾ ਅਸੀਂ ਪੇਪਰ ਸੀਗਾ ਡਿਸਕਸ ਸਾਰਾ ਕਰ ਲਿਆ। ਦੇਖੋ ਬੇਟਾ, ਜਿਹੜਾ ਪੇਪਰ ਆਪਾਂ ਸਾਰਾ ਕਰਨਾ ਹੁੰਦਾ ਸੋਲਵ, ਉਹ ਮੈਂ ਪਹਿਲੇ ਹੀ ਤੁਹਾਨੂੰ ਦੱਸ ਦਿੰਦਾ ਹਾਂ। ਅਤੇ ਅੱਜ ਦਾ ਪੇਪਰ ਅਸੀਂ ਕੀਤਾ ਹੈ ਡਿਸਕਸ। ਠੀਕ ਹੈ ਜੀ, ਉੱਦਾਂ ਮੈਂ ਇਸ ਕਰਕੇ ਕੀਤਾ ਤਾਂ ਕਿ ਤੁਸੀਂ ਆਪਣੀ ਆ ਜਿਹੜੀ ਆਪ ਪ੍ਰੈਕਟਿਸ ਕਰੋ। ਠੀਕ ਹੈ ਜੀ। ਸੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਅਤੇ ਜਿਹੜੇ ਕੁਐਸਚਨ ਹੈ ਇਹਨਾਂ ਦੀ ਪ੍ਰੈਕਟਿਸ ਜ਼ਰੂਰ ਕਰ ਲੈਣਾ। ਥੈਂਕ ਯੂ।